ਗੁੱਡ ਮਾਰਨਿੰਗ ਮਾਈ ਡੀਅਰ ਸਟੂਡੈਂਟਸ। ਅੱਜ ਆਪਾਂ ਪੰਜਾਬੀ ਦੀ ਪਾਠ ਪੁਸਤਕ ਕਥਾ ਜਗਤ ਵਿੱਚ ਦਰਜ ਪਾਠ ਤੀਜੀ ਗੱਲ ਬਾਰੇ ਪੜ੍ਹਾਂਗੇ। ਤੀਜੀ ਗੱਲ ਕਹਾਣੀ ਗੁਰਚਰਨ ਸਿੰਘ ਭੁੱਲਰ ਦੀ ਲਿਖੀ ਹੋਈ ਹੈ। ਇਸ ਵਿੱਚ ਉਸ ਨੇ ਪੇਂਡੂ ਅਤੇ ਮਹਾਨਗਰੀ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਤੁਲਨਾਤਮਕ ਅਤੇ ਵਿਅੰਗਾਤਮਕ ਢੰਗ ਰਾਹੀਂ ਪੇਸ਼ ਕੀਤਾ ਹੈ। ਕਹਾਣੀ ਦੇ ਅੰਤ 'ਤੇ ਇਹ ਸਿੱਟਾ ਨਿਕਲਦਾ ਹੈ ਕਿ ਨਗਰੀ ਬੰਦਾ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੋਂ ਟੁੱਟਦਾ ਜਾ ਰਿਹਾ ਹੈ ਅਤੇ ਨਵੇਂ ਦੌਰ ਵਿੱਚ ਵਿੱਦਿਆ ਦੀ ਥਾਂ ਪੈਸਾ ਹੀ ਤੀਜਾ ਨੇਤਰ ਬਣ ਕੇ ਰਹਿ ਗਿਆ ਹੈ। ਦੀਨਾਨਾਥ ਅਧਿਆਪਕ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਉਹ ਕੁਝ ਹੋਰ ਅਧਿਆਪਕਾਂ ਨਾਲ ਸਿੱਖਿਆ ਵਿਭਾਗ ਨਾਲ ਬਕਾਏ ਦੇ ਝਗੜੇ ਸੰਬੰਧੀ ਸੁਪਰੀਮ ਕੋਰਟ ਗਿਆ ਸੀ। ਬਾਕੀ ਸਾਰੇ ਸਾਥੀ ਰਾਤ ਦੀ ਗੱਡੀ ਵਾਪਸ ਆ ਗਏ ਸਨ, ਪਰ ਦੀਨਾਨਾਥ ਆਪਣੇ ਭਾਣਜੇ ਨੂੰ ਮਿਲਣ ਲਈ ਚਲਾ ਜਾਂਦਾ ਹੈ ਜੋ ਫਲੈਟ ਵਿੱਚ ਰਹਿ ਰਿਹਾ ਸੀ। ਇਸ ਫਲੈਟ ਵਿੱਚ ਰਹਿੰਦਿਆਂ ਉਸ ਨੇ ਮਹਾਨਗਰੀ ਜ਼ਿੰਦਗੀ ਤੇ ਪੇਂਡੂ ਜੀਵਨ ਬਾਰੇ ਜੋ ਪ੍ਰਭਾਵ ਗ੍ਰਹਿਣ ਕੀਤੇ ਉਹਨਾਂ ਨੂੰ ਪੇਸ਼ ਕੀਤਾ ਹੈ। ਇੱਥੇ ਦੀਨਾਨਾਥ ਤਿੰਨ ਮੁੱਖ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ। ਉਹਨਾਂ ਵਿੱਚੋਂ ਦੋ ਗੱਲਾਂ ਅਜਿਹੀਆਂ ਸਨ ਜੋ ਹੈਰਾਨ ਪਰੇਸ਼ਾਨ ਕਰਦੀਆਂ ਸਨ, ਜਦ ਕਿ ਤੀਜੀ ਗੱਲ ਉਹਦੇ ਮਨ ਨੂੰ ਖੁਸ਼ੀ ਨਾਲ ਭਰ ਦਿੰਦੀ ਸੀ। ਇਹਨਾਂ ਵਿੱਚੋਂ ਪਹਿਲੀ ਗੱਲ ਸੀ ਫਲੈਟ ਦਾ ਬਾਸ। ਇਹ 3 ਮੰਜ਼ਲੇ ਫਲੈਟ ਸਨ। ਉਹਦਾ ਭਾਣਜਾ ਸਤੀਸ਼ ਵਿਚਕਾਰਲੇ ਫਲੈਟ ਵਿੱਚ ਰਹਿੰਦਾ ਸੀ। ਉਸਦੀ ਪਹਿਲੀ ਤੇ ਤੀਜੀ ਮੰਜ਼ਲ 'ਤੇ ਕੋਈ ਹੋਰ ਰਹਿੰਦਾ ਸੀ। ਦੀਨਾਨਾਥ ਬਚਪਨ ਤੋਂ ਹੀ ਸੁਣਦਾ ਆਇਆ ਸੀ ਕਿ ਜਿਸ ਬੰਦੇ ਦੇ ਪੈਰਾਂ ਹੇਠ 4 ਗਜ਼ ਧਰਤੀ ਆਪਣੀ ਤੇ ਸਿਰ 'ਤੇ 4 ਗਜ਼ ਅਸਮਾਨ ਆਪਣਾ ਹੋਵੇ, ਉਹ ਕਿਸੇ ਦਾ ਕਰਜ਼ਾਈ ਨਹੀਂ ਰਹਿੰਦਾ, ਕਿਉਂਕਿ ਜੇਕਰ ਧਰਤੀ 'ਤੇ ਪੈਰ ਟਿਕੇ ਹੋਣ ਤਾਂ ਬੰਦਾ ਡਿੱਗਦਾ ਨਹੀਂ। ਪੈਰਾਂ ਹੇਠ ਧਰਤੀ ਹੋਵੇ ਤਾਂ ਬੰਦਾ ਡੂੰਘੀਆਂ ਜੜ੍ਹਾਂ ਫੜ ਲੈਂਦਾ ਹੈ ਤੇ ਬਿਰਛ ਵਾਂਗ ਵਧਣ ਫੁੱਲਣ ਲੱਗ ਪੈਂਦਾ ਹੈ। ਜੇਕਰ ਸਿਰ 'ਤੇ ਅਸਮਾਨ ਆਪਣਾ ਹੋਵੇ ਤਾਂ ਵਿਅਕਤੀ ਨੂੰ ਉੱਚੀਆਂ ਉਡਾਰੀਆਂ ਲਾਉਣ ਦੀ ਖੁੱਲ੍ਹ ਮਿਲਦੀ ਹੈ। ਪਰ ਇੱਥੇ ਫਲੈਟਾਂ ਵਾਲਿਆਂ ਨਾਲ ਇੰਜ ਨਹੀਂ ਸੀ ਹੋਇਆ। ਹੇਠਲੇ ਫਲੈਟ ਵਾਲੇ ਕੋਲ ਧਰਤੀ ਤਾਂ ਆਪਣੀ ਸੀ ਪਰ ਅਸਮਾਨ ਨਹੀਂ। ਇਸੇ ਤਰ੍ਹਾਂ ਉੱਪਰਲੇ ਵਾਲੇ ਕੋਲ ਅਸਮਾਨ ਆਪਣਾ ਸੀ ਤੇ ਧਰਤੀ ਨਹੀਂ ਸੀ। ਸਭ ਤੋਂ ਤਰਸਯੋਗ ਹਾਲਤ ਸੀ ਵਿਚਕਾਰਲੇ ਫਲੈਟ ਵਾਲਿਆਂ ਦੀ, ਜਿਨ੍ਹਾਂ ਵਿੱਚੋਂ ਸਤੀਸ਼ ਵੀ ਇੱਕ ਸੀ। ਉਸ ਕੋਲ ਨਾ ਤਾਂ ਧਰਤੀ ਆਪਣੀ ਸੀ ਤੇ ਨਾ ਹੀ ਅਸਮਾਨ, ਪਰ ਚੰਗੀ ਭਾਗੀ ਫਲੈਟ 'ਤੇ ਇੱਕ ਸਿਰੇ 'ਤੇ ਖਿੜਕੀ ਸੀ ਜਿਸ ਰਾਹੀਂ ਹਵਾ ਤੇ ਦੀਨਾਨਾਥ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ 10-10, 15-15 ਜਾਂ ਇਸ ਤੋਂ ਵੀ ਵੱਧ ਮੰਜ਼ਲਾਂ ਵਾਲੇ ਫਲੈਟ ਕੇਵਲ ਦਫ਼ਤਰਾਂ ਲਈ ਨਹੀਂ ਬਣਦੇ, ਸਗੋਂ ਉਹ ਰਿਹਾਇਸ਼ ਲਈ ਵੀ ਉਸਾਰੇ ਜਾਂਦੇ ਹਨ। ਉਹਨਾਂ ਫਲੈਟਾਂ ਵਿੱਚ ਪ੍ਰਵੇਸ਼ ਕਰ ਜਾਓ ਤੇ ਆਲੇ ਦੁਆਲੇ ਨਾਲੋਂ ਨਾਤੇ ਖਤਮ ਸਮਝੋ। ਪੌੜੀਆਂ ਵਾਲਾ ਦਰਵਾਜ਼ਾ ਬੰਦ ਹੋਣ ਨਾਲ ਹੀ ਤੁਹਾਡੀ ਦੁਨੀਆ ਸੀਮਤ। ਉਹਨਾਂ ਨੇ ਤਾਂ ਸ਼ਹਿਰੀ ਮਕਾਨਾਂ ਅੱਗੇ ਵੀ ਨੀਵੀਆਂ ਕੰਧਾਂ ਵੇਖੀਆਂ ਸਨ, ਜਿਨ੍ਹਾਂ ਦੇ ਉੱਤੋਂ ਦੀ ਗੁਆਂਢੀ ਇੱਕ ਦੂਜੇ ਦਾ ਹਾਲ ਪੁੱਛਦੇ ਤੇ ਹਾਸਾ ਮਖੌਲ ਵੀ ਕਰ ਲੈਂਦੇ। ਪਿੰਡਾਂ ਵਿੱਚ ਵੀ ਲੋਕ ਬੋਹੜ ਥੱਲੇ ਬੈਠ ਕੇ ਮਨ ਪਰਚਾਵਾ ਕਰ ਲੈਂਦੇ। ਉਂਝ ਦੀਨਾਨਾਥ ਅਜਿਹੇ ਫਲੈਟਾਂ ਦੀ ਕਾਢ ਕੱਢਣ ਵਾਲਿਆਂ ਨੂੰ ਸਲਾਹੁੰਦਾ ਵੀ ਹੈ, ਕਿਉਂਕਿ ਇਹਨਾਂ ਫਲੈਟਾਂ ਵਿੱਚ ਦੋਵੇਂ ਪਾਸੇ ਵਧਾ ਰੱਖੇ ਹੋਏ ਸਨ, ਜਿਨ੍ਹਾਂ ਨੂੰ ਬਾਲਕੋਨੀਆਂ ਕਿਹਾ ਜਾਂਦਾ ਸੀ। ਇਸ ਦੀ ਵਰਤੋਂ ਬਹੁਤ ਉਪਯੋਗੀ ਸੀ। ਸਰਦੀਆਂ ਦੀ ਧੁੱਪ ਕੱਪੜੇ ਸੁਕਾਉਣ ਦੀ ਸੌਖ ਤੇ ਸਭ ਤੋਂ ਵੱਧ ਸੁੱਖ ਇਸਤਰੀਆਂ ਨੂੰ। ਇੱਥੇ ਰੱਸੀ ਬੰਨ੍ਹੀ ਹੁੰਦੀ ਸੀ, ਹੇਠਾਂ ਕੋਈ ਫਲ ਜਾਂ ਸਬਜ਼ੀ ਵਾਲਾ ਆਉਂਦਾ, ਉਹ ਉੱਤੋਂ ਟੋਕਰੀ ਲਟਕਾ ਦਿੰਦੀਆਂ ਤੇ ਸਬਜ਼ੀ ਆਦਿ ਲੈ ਲੈਂਦੀਆਂ ਤੇ ਇੰਝ ਹੀ ਉਹਨਾਂ ਨੂੰ ਪੈਸੇ ਦਿੰਦੀਆਂ। ਕਈ ਵਾਰ ਉਹ ਇੱਕ ਦੂਜੇ ਨਾਲ ਨਿੰਦਿਆ ਚੁਗਲੀ ਵੀ ਕਰ ਲੈਂਦੀਆਂ। ਦੀਨਾਨਾਥ ਇਸ ਗੱਲ 'ਤੇ ਵੀ ਹੈਰਾਨ ਸੀ ਕਿ ਜਿਨ੍ਹਾਂ ਦੀ ਛੱਤ ਆਪਣੀ ਸੀ, ਉਹ ਵੀ ਗਰਮੀਆਂ ਵਿੱਚ ਰਾਤ ਨੂੰ ਛੱਤ 'ਤੇ ਸੌਣ ਦੀ ਬਜਾਏ ਕਮਰਿਆਂ ਅੰਦਰ ਪੱਖਿਆਂ ਥੱਲੇ ਸੌਣ ਨੂੰ ਪਹਿਲ ਦਿੰਦੇ ਹਨ, ਭਾਵੇਂ ਅੱਧਿਓਂ ਵੱਧ ਮੁੜਕੀ
ਹੀ ਕਿਉਂ ਨਾ ਹੋਣ। ਉਹਨਾਂ ਨੂੰ ਕੁਦਰਤੀ ਹਸੀਨ ਵਾਤਾਵਰਨ ਦਾ ਕੁਝ ਪਤਾ ਹੀ ਨਹੀਂ ਹੈ। ਉਂਝ ਵੀ ਕਦੇ ਕਿਸੇ ਅਸਮਾਨੀ ਸੁੰਦਰਤਾ ਵੇਖਣ ਦਾ ਵਕਤ ਹੀ ਕਿੱਥੇ ਸੀ। ਉਹਨਾਂ ਦੇ ਰੁਝੇਵੇਂ ਅਤੇ ਵਾਤਾਵਰਨ ਪਲੀਤ ਕਰਨ ਦੀ ਬੁਰੀ ਆਦਤ ਨੇ ਗਲੀਆਂ, ਸੜਕਾਂ ਅਤੇ ਅਸਮਾਨ ਤੱਕ ਪਲੀਤ ਕਰ ਛੱਡਿਆ ਸੀ। ਦੀਨਾਨਾਥ ਦੇ ਵਿਚਾਰ ਤੇ ਉਸਦੀ ਸੋਚ ਪੇਂਡੂ ਸੀ, ਕਿਉਂਕਿ ਦੀਨਾਨਾਥ ਪਿੰਡ ਵਿੱਚ ਰਹਿਣ ਕਾਰਨ ਖੁੱਲ੍ਹੀ ਧਰਤੀ ਤੇ ਖੁੱਲ੍ਹੇ ਅਸਮਾਨ ਤੇ ਦਰਸ਼ਨਾਂ ਦਾ ਆਦੀ ਸੀ। ਉਸਦੇ ਖੁੱਲ੍ਹੇ ਘਰ ਵਿੱਚੋਂ ਹੀ ਖੁੱਲ੍ਹੀ ਧਰਤ ਅੰਬਰ ਦਾ ਨਜ਼ਾਰਾ ਦਿਸ ਪੈਂਦਾ ਸੀ। ਦੀਨਾਨਾਥ ਨੂੰ ਹੈਰਾਨ ਪਰੇਸ਼ਾਨ ਕਰਨ ਵਾਲੀ ਦੂਜੀ ਗੱਲ ਸੀ ਪਿਛਲੀ ਕਤਾਰ ਤੇ ਹੇਠਲੇ ਫਲੈਟ ਵਾਲੇ ਹੀਰਾ ਲਾਲ ਦੀ ਇੱਕ ਅਜੀਬ ਆਦਤ। ਫਲੈਟਾਂ ਦੇ ਪਿਛਲੇ ਪਾਸੇ ਥੋੜ੍ਹਾ ਜਿਹਾ ਰਸਤਾ ਸੀ ਕਾਰ, ਗੱਡੀ ਜਾਂ ਮਿਹਤਰਾਨੀ ਦੇ ਆਉਣ ਜਾਣ ਲਈ। ਜਦ ਕਿ ਹੀਰਾ ਲਾਲ ਸਵੇਰੇ ਸਵੇਰੇ ਕਾਰ ਵਿੱਚ ਬੈਠਦਾ ਤੇ ਨੇੜਿਓਂ ਹੀ ਇੱਕ ਦੁਕਾਨ ਤੋਂ ਸਿਗਰਟ ਲੈ ਆਉਂਦਾ। ਲੋਕ ਸਵੇਰ ਤੋਂ ਲੰਬੀਆਂ ਲੰਬੀਆਂ ਸੈਰਾਂ ਕਰਦੇ ਸਨ ਤੇ ਇਹ ਸੀ 10 ਗਜ਼ ਦੀ ਦੂਰੀ ਤੋਂ ਵੀ ਕਾਰ ਵਿੱਚ ਸਿਗਰਟ ਲੈਣ ਜਾਂਦਾ ਸੀ। ਉਂਝ ਉਸਦਾ ਭਾਣਜਾ ਸਤੀਸ਼ ਵੀ ਕੋਈ ਚੀਜ਼ ਲੈਣ ਲਈ ਸਕੂਟਰ ਦਾ ਹੀ ਸਹਾਰਾ ਲੈਂਦਾ ਸੀ। ਲੋਕ ਤਾਂ ਪਾਰਕਾਂ ਵਿੱਚ ਵੀ ਸਕੂਟਰਾਂ, ਕਾਰਾਂ 'ਤੇ ਸਵਾਰ ਹੋ ਕੇ ਸੈਰ ਕਰਨ ਆਉਂਦੇ ਸਨ। ਦੀਨਾਨਾਥ ਦੇ ਪੋਤਾ ਪੋਤੀ ਨਹਾ ਧੋ ਕੇ ਵਰਦੀ ਪਾ ਕੇ ਤਿਆਰ ਹੋ ਕੇ ਸਕੂਲ ਜਾਂਦੇ। ਦੀਨਾਨਾਥ ਨੂੰ ਬੜੇ ਪਿਆਰੇ ਲੱਗਦੇ। ਉਹ ਉਹਨਾਂ ਦਾ ਮੱਥਾ ਚੁੰਮਦਾ, 100 ਅਸੀਸਾਂ ਦਿੰਦਾ। ਇਹੋ ਤੀਜੀ ਗੱਲ ਸੀ ਜਿਸ ਨਾਲ ਉਸਦਾ ਮਨ ਖੁਸ਼ੀ ਨਾਲ ਭਰ ਜਾਂਦਾ। ਪੋਤੇ ਪੋਤੀ ਦਾ ਸਕੂਲ ਜਾਣਾ ਹੀ ਨਹੀਂ, ਸਗੋਂ ਪੜ੍ਹਨ ਜਾਂਦੇ ਬੱਚਿਆਂ ਦੀਆਂ ਟੋਲੀਆਂ ਦਾ ਨਜ਼ਾਰਾ ਵੇਖ ਕੇ ਉਸਦੇ ਸੀਨੇ ਵਿੱਚ ਠੰਡ ਪੈ ਜਾਂਦੀ ਤੇ ਬਾਲਕੋਨੀ ਵਿੱਚ ਬੈਠ ਕੇ ਦੀਨਾਨਾਥ ਚਾਹ ਪੀਂਦਿਆਂ ਬੱਚਿਆਂ ਨੂੰ ਵੇਖਦਾ ਸੀ। ਧੰਨਵਾਦ।